हर जुग जुग भगत उपाया, पैज रखदा आया राम राजे। हरणाखश दुष्ट हर मारिया, प्रहलाद तराया। अहंकारियां निंदकां पिठ दे, नाम दियो मुख लाया। जन नानक ऐसा हर सेविया, अंत लय छुड़ाया। जन नानक ऐसा हर सेविया, अंत लय छुड़ाया। जुग हो जुग अटल, शब्द अवतार। दसहां पातशाहियां के आत्मिक स्वरूप। धन श्री गुरु ग्रंथ साहिब जी महाराज, इन्हां दा कोटान कोट धन्नवाद। जिन्हां सतगुरां ने ਅੰਮ੍ਰਿਤ ਵੇਲੇ ਆਪਣੇ ਪ੍ਰਕਾਸ਼ ਆਸਣਾਂ ਤੇ ਪ੍ਰਕਾਸ਼ਮਾਨ ਹੋਕਰ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਦੇ ਵਾਸਤੇ, ਭਲੇ ਦੇ ਵਾਸਤੇ ਆਪਣੇ ਬੇਅੰਤ ਭੰਡਾਰਿਆਂ ਚੋਂ, ਬੇਅੰਤ ਖਜ਼ਾਨਿਆਂ ਚੋਂ ਅਮੋਲਕ ਸ਼ਬਦ ਸਾਡੀ ਝੋਲੀ ਦੇ ਵਿੱਚ ਪਾਏ ਹਨ ਔਰ ਸਾਨੂੰ ਨਦਰ ਨਦਰ ਨਿਹਾਲ ਕੀਤਾ ਹੈ। ਔਰ ਬਹੁਤ ਸ੍ਰੇਸ਼ਟ ਉੱਤਮ ਭਾਗ ਗੁਰੂ ਕੀ ਸੰਗਤ ਦੇ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਔਰ ਆਪ ਸਭ ਸੰਗਤਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਹੋਇਆਂ ਆਪੋ ਆਪਣੇ ਘਰਾਂ ਤੋਂ ਚੱਲ ਕੇ ਗੁਰੂ ਦਰਬਾਰ ਕੀ ਆਪ ਜੀ ਹਾਜ਼ਰੀ ਭਰ ਰਹੇ ਹੋ। ਆਪਣੇ ਸਮੇਂ ਔਰ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਬਹੁਤ ਸ੍ਰੇਸ਼ਟ ਭਾਗ ਸਾਧ ਸੰਗਤ ਜੀ ਆਪਣੇ ਸਾਰਿਆਂ ਦੇ। ਤੋ ਸਾਧ ਸੰਗਤ ਜੀਓ ਆਓ, ਵਿਚਾਰਾਂ ਦੀ ਲੜੀ ਆਰੰਭ ਕਰੀਏ। ਸਾਧ ਸੰਗਤ ਜੀਓ ਅੱਜ ਆਪਾਂ ਗੁਰੂ ਘਰ ਦੇ ਵੇਦ ਵਿਆਸ, ਗੁਰਬਾਣੀ ਦੇ ਪ੍ਰਬੁੱਧ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦੀ ਉਚਾਰਨ ਕੀਤੀ ਹੋਈ ਵਾਰ ਦਸਵੀਂ ਵਾਰ ਦੀ ਪਹਿਲੀ ਪੌੜੀ ਦਾ ਆਪਾਂ ਵਿਚਾਰ ਕਰਾਂਗੇ, ਜਿਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਹੋਰਾਂ ਨੇ ਇਹ ਦ੍ਰਿੜ ਕਰਵਾਇਆ ਹੈ ਕਿ ਇਸ ਸੰਸਾਰ ਤੇ ਜਿਹੜੇ ਗੁਰਮੁਖ ਹੁੰਦੇ ਨੇ ਨਾ ਸਾਧ ਸੰਗਤ ਜੀ, ਗੁਰਮੁਖ ਉਹ ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਜਿਹੜੇ ਮਨਮੁਖ ਹੁੰਦੇ ਨੇ, ਜਿਹੜੇ ਸਦੀਵ ਆਪਣੇ ਮਨ ਦੇ ਪਿੱਛੇ ਲੱਗੇ ਰਹਿੰਦੇ ਹਨ,
ਗੁਰੂ ਦਾ ਸ਼ਬਦ ਆਪਣੇ ਮਨ ਦੇ ਵਿੱਚ ਨਹੀਂ ਧਾਰਨ ਕਰਦੇ। ਤੇ ਭਾਈ ਗੁਰਦਾਸ ਜੀ ਆਖਦੇ ਨੇ ਉਹ ਆਪਣੇ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹਨ। ਤੇ ਜਿਹੜੇ ਗੁਰਮੁਖ ਜਨ ਹਨ, ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਕੀਤਾ ਹੈ, ਭਾਈ ਸਾਹਿਬ ਜੀ ਆਖਦੇ ਨੇ ਉਹ ਗੁਰੂ ਕੇ ਪਿਆਰੇ ਇਸ ਸੰਸਾਰ ਤੋਂ ਜਿੱਤ ਕੇ ਜਾਂਦੇ ਹਨ। ਹਾਰ ਚੱਲੇ ਗੁਰਮੁਖ ਜਗ ਜੀਤਾ। ਭਾਈ ਸਾਹਿਬ ਜੀ ਆਖਦੇ ਨੇ ਮਨਮੁਖ ਸੰਸਾਰ ਤੋਂ ਬਾਜ਼ੀ ਹਾਰ ਕੇ ਜਾਂਦੇ ਹਨ ਤੇ ਗੁਰਮੁਖ ਸੰਸਾਰ ਤੋਂ ਬਾਜ਼ੀ ਜਿੱਤ ਕੇ ਜਾਂਦੇ ਹਨ। ਇਸ ਵਿਚਾਰ ਦੀ ਭਾਈ ਸਾਹਿਬ ਜੀ ਹੋਰਾਂ ਨੇ ਸਪਸ਼ਟਤਾ ਦੇ ਵਾਸਤੇ, ਪ੍ਰੋੜਤਾ ਦੇ ਵਾਸਤੇ ਸਾਧ ਸੰਗਤ ਜੀ ਧਰੂਪ ਭਗਤ ਦਾ ਦ੍ਰਿਸ਼ਟਾਂਤ ਸਾਡੇ ਸਨਮੁਖ ਰੱਖਿਆ ਹੈ। ਸਾਧ ਸੰਗਤ ਜੀ ਧਰੂਪ ਭਗਤ ਦਾ ਦ੍ਰਿਸ਼ਟਾਂਤ ਭਾਈ ਸਾਹਿਬ ਜੀ ਹੋਰਾਂ ਨੇ ਸਾਡੇ ਸਾਹਮਣੇ ਰੱਖਿਆ ਹੈ। ਭਾਈ ਸਾਹਿਬ ਜੀ ਆਖਦੇ ਹਨ ਧਰੂਪ ਹਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ। ਸਾਧ ਸੰਗਤ ਜੀ ਬਹੁਤ ਲੰਮਾ ਸਮਾਂ ਪਹਿਲਾਂ ਇਸ ਸੰਸਾਰ ਤੇ ਧਰੂਪ ਭਗਤ ਜੀ ਹੋਏ ਨੇ। ਤੇ ਸਾਧ ਸੰਗਤ ਜੀ ਧਰੂਪ ਭਗਤ ਜੀ ਜਦੋਂ ਉਹਨਾਂ ਦੀ ਉਮਰ ਕੇਵਲ 5 ਸਾਲ ਦੀ ਸੀ ਨਾ, ਤੇ ਸਾਧ ਸੰਗਤ ਜੀ 5 ਸਾਲ ਦੀ ਉਮਰ ਧਰੂਪ ਭਗਤ ਜੀ ਹੋਰਾਂ ਦੀ, ਤੇ ਉਹਨਾਂ ਨੇ ਸਾਧ ਸੰਗਤ ਜੀ ਰੱਬ ਦੇ ਰਾਹ ਤੇ ਚੱਲ ਕੇ, ਪਰਮਾਰਥ ਦੇ ਮਾਰਗ ਤੇ ਚੱਲ ਕੇ ਐਸਾ ਉੱਚ ਮੁਕਾਮ ਹਾਸਲ ਕੀਤਾ। ਅੱਜ ਵੀ ਸਾਧ ਸੰਗਤ ਜੀ ਉਹਨਾਂ ਨੂੰ ਧਰੂਪ ਭਗਤ ਦੇ ਨਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਤੇ ਸਾਧ ਸੰਗਤ ਜੀ ਉਹਨਾਂ ਦੀ ਜਿਹੜੀ ਪੁਰੀ ਹੈ, ਉਹਨਾਂ ਦਾ ਰਾਜ ਭਾਗ ਅੱਜ ਵੀ ਅਟੱਲ ਹੈ। ਤੇ ਸਾਧ ਸੰਗਤ ਜੀ ਜਦੋਂ ਅਸੀਂ ਚੜ੍ਹਦੇ ਵਾਲੇ ਪਾਸੇ ਵੇਖਦੇ ਹਾਂ ਨਾ, ਤੇ ਧਰੂਪ ਤਾਰਾ ਸਾਧ ਸੰਗਤ ਜੀ ਸਾਰੇ ਤਾਰੇ ਆਪੋ ਆਪਣੀ ਦਿਸ਼ਾ ਬਦਲ ਲੈਂਦੇ ਨੇ। ਸਾਰੇ ਤਾਰੇ ਆਪੋ ਆਪਣੀ ਜਗ੍ਹਾ ਤੋਂ ਹਿੱਲ ਜਾਂਦੇ ਨੇ। ਪਰ ਸਾਧ ਸੰਗਤ ਜੀ ਜਿਹੜਾ ਧਰੂਪ ਤਾਰਾ ਹੁੰਦਾ ਹੈ ਨਾ, ਉਹ ਸਦੀਵ ਇੱਕ ਜਗ੍ਹਾ ਤੇ ਖੜਾ ਹੈ। ਉਹਦੀ ਪੋਜੀਸ਼ਨ ਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ। ਅੱਜ ਵੀ ਅਸੀਂ ਵੇਖ ਸਕਦੇ ਹਾਂ ਧਰੂਪ ਤਾਰੇ ਨੂੰ। ਤੇ ਸਾਧ ਸੰਗਤ ਜੀ ਸਾਰੀ ਰਾਤ ਬਤੀਤ ਹੋ ਜਾਏ, ਪਰ ਧਰੂਪ ਤਾਰੇ ਦੀ ਪੋਜੀਸ਼ਨ ਜਿਹੜੀ ਹੈ ਸਾਧ ਸੰਗਤ ਜੀ ਉਹ ਬਿਲਕੁਲ ਸਟੇਬਲ ਹੈ। ਇੱਕ ਥਾਂ ਤੇ ਖੜਾ ਰਹਿੰਦਾ ਧਰੂਪ ਤਾਰਾ। ਤੇ ਗੁਰੂ ਕੀ ਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਲਿਖਿਆ ਧਰੂਪ ਅਟਲ ਅਜਹੂ ਨਾ ਟਰਿਓ। ਭਾਵ ਧਰੂਪ ਭਗਤ ਜੀ ਹੋਰਾਂ ਦਾ ਮੁਕਾਮ ਅੱਜ ਵੀ ਅਟਲ ਹੈ। ਅੱਜ ਵੀ ਉਹ ਇੱਕ ਥਾਂ ਦੇ ਉੱਤੇ ਖੜੇ ਹੋਏ ਨੇ, ਉਹ ਹਿੱਲਦੇ ਨਹੀਂ। ਕਿਉਂਕਿ ਉਹਨਾਂ ਨੇ ਪਰਮਾਤਮਾ ਦੀ ਅਥਾਹ ਭਗਤੀ ਕੀਤੀ ਹੈ। ਤੇ ਭਾਈ ਸਾਹਿਬ ਜੀ ਆਖਦੇ ਧਰੂਪ ਹਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ। ਧਰੂਪ ਭਗਤ ਜੀ ਸਾਧ ਸੰਗਤ ਜੀ ਆਪਣੇ ਸਾਥੀਆਂ ਦੇ ਨਾਲ, ਬੱਚਿਆਂ ਦੇ ਨਾਲ ਖੇਡਦਿਆਂ ਜਦੋਂ ਸਾਧ ਸੰਗਤ ਜੀ ਉਹ ਘਰ ਆਏ, ਤੇ ਘਰ ਆ ਕੇ ਨਾ ਆਪਣੇ ਪਿਓ ਉਹਨਾਂ ਦੀ ਗੋਦੀ ਦੇ ਵਿੱਚ ਆ ਕੇ ਬਹਿ ਗਏ। ਸਾਧ ਸੰਗਤ ਜੀ ਛੋਟੇ ਬੱਚੇ ਹੋਣ ਤੇ ਉਹ ਅਕਸਰ ਆਪਣੇ ਮਾਂ ਪਿਓ ਦੀ ਗੋਦੀ ਦੇ ਵਿੱਚ ਚੜ੍ਹ ਬੈਠਦੇ ਨੇ।
ਤੇ ਬਿਲਕੁਲ ਇਸੇ ਤਰ੍ਹਾਂ ਧਰੂ ਭਗਤ ਜੀ ਬਾਹਰੋਂ ਆਪਣੇ ਹਮ ਉਮਰ ਦੇ ਬੱਚਿਆਂ ਦੇ ਨਾਲ ਖੇਡਦਿਆਂ ਜਦੋਂ ਘਰ ਆਏ ਤੇ ਪਿਓ ਨੇ ਪਿਆਰ ਕੀਤਾ, ਮੱਥਾ ਚੁੰਮਿਆ, ਗਲ ਬੱਕੜੀ ਪਾਈ ਤੇ ਆਪਣੀ ਗੋਦੀ ਦੇ ਵਿੱਚ ਬਹਾ ਲਿਆ, ਪੁੱਛੜ ਬਹਾ ਲਿਆ ਆਪਣੇ। ਤੇ ਸਾਧ ਸੰਗਤ ਜੀ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਹੁਣ ਸਾਧ ਸੰਗਤ ਜੀ ਇੱਕ ਤੇ ਧਰੂ ਭਗਤ ਜੀ ਹੋਰਾਂ ਦੀ ਸਕੀ ਮਾਂ ਸੀ ਤੇ ਇੱਕ ਮਾਂ ਸੀ ਸਾਧ ਸੰਗਤ ਜੀ ਉਹ ਮਤਰੇਈ। ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਉਹ ਰਾਜੇ ਇੱਕ ਤੋਂ ਵੱਧ ਸ਼ਾਦੀਆਂ ਕਰਦੇ ਸੀ, ਅਨੇਕ ਸ਼ਾਦੀਆਂ ਕਰਦੇ ਸੀ ਉਹਨਾਂ ਸਮਿਆਂ 'ਚ ਰਾਜੇ। ਤੇ ਸਾਧ ਸੰਗਤ ਜੀ ਜਿਸ ਰਾਣੀ ਦੇ ਕੁੱਛੜ ਤੋਂ, ਜਿਸ ਰਾਣੀ ਦੀ ਕੁੱਖ ਤੋਂ ਸਭ ਤੋਂ ਪਹਿਲਾਂ ਪੁੱਤਰ ਪੈਦਾ ਹੁੰਦਾ ਸੀ ਨਾ ਸਾਧ ਸੰਗਤ, ਤੇ ਉਸ ਰਾਣੀ ਨੂੰ ਪਟਰਾਣੀ ਦਾ ਦਰਜਾ ਪ੍ਰਾਪਤ ਹੋ ਜਾਂਦਾ ਸੀ ਤੇ ਉਹਦਾ ਪੁੱਤਰ ਅਗਾਂਹ ਚੱਲ ਕੇ ਫਿਰ ਰਾਜ ਭਾਗ ਸੰਭਾਲਦਾ ਸੀ। ਇਹ ਵਿਧੀ ਵਿਧਾਨ ਸੀ ਉਹਨਾਂ ਸਮਿਆਂ ਦਾ। ਤਾਂ ਸਾਧ ਸੰਗਤ ਜੀ ਉਹ ਜਦੋਂ ਮਤਰੇਈ ਮਾਂ ਨੇ ਵੇਖਿਆ ਨਾ ਕਿ ਧਰੂ ਭਗਤ ਜੀ ਆਪਣੇ ਪਿਓ ਦੀ ਗੋਦੀ ਦੇ ਵਿੱਚ ਪੁੱਛੜ ਦੇ ਵਿੱਚ ਬੈਠੇ ਹੋਏ ਨੇ ਤੇ ਪਿਓ ਉਹਨਾਂ ਨੂੰ ਬੜਾ ਪਿਆਰ ਕਰ ਰਿਹਾ ਹੈ, ਤਾਂ ਸਾਧ ਸੰਗਤ ਜੀ ਜਿਹੜੀ ਮਤਰੇਈ ਮਾਂ ਸੀ ਨਾ ਧਰੂ ਭਗਤ ਜੀ ਹੋਰਾਂ ਦੀ, ਉਹਦੇ ਮਨ ਦੇ ਵਿੱਚ ਬੜਾ ਰੋਸ ਆਇਆ। ਜੇ ਤੇ ਆਪਦਾ ਪੁੱਤਰ ਹੁੰਦਾ ਫਿਰ ਤੇ ਖੁਸ਼ੀ ਹੁੰਦੀ ਵੀ ਮੇਰਾ ਪੁੱਤਰ ਬੈਠਾ ਹੈ ਆਪਦੇ ਪਿਓ ਦੀ ਕੁਛੜੇ। ਪਰ ਸਾਧ ਸੰਗਤ ਜੀ ਮਤਰੇਈ ਦਾ ਸੌਕਣ ਦਾ ਪੁੱਤਰ ਬੈਠਾ ਹੋਇਆ ਸੀ ਰਾਜੇ ਦੀ ਕੁਛੜ, ਤੇ ਮਨ ਦੇ ਵਿੱਚ ਸਾਧ ਸੰਗਤ ਜੀ ਮਤਰੇਈ ਮਾਂ ਦੇ ਨਾ ਰੋਸ ਪੈਦਾ ਹੋ ਗਿਆ, ਗੁੱਸਾ ਪੈਦਾ ਹੋ ਗਿਆ ਵੀ ਇਸ ਗੋਦੀ 'ਚ ਤੇ ਮੇਰਾ ਪੁੱਤਰ ਬਹਿਣਾ ਚਾਹੀਦਾ, ਬੈਠਾ ਹੋਇਆ ਮੇਰੀ ਸੌਕਣ ਦਾ। ਤੇ ਸਾਧ ਸੰਗਤ ਜੀ ਧਰੂ ਭਗਤ ਜੀ ਹੋਰਾਂ ਦੀ ਮਤਰੇਈ ਮਾਂ ਸੀ ਨਾ ਜਿਹੜੀ, ਉਹਨੇ ਮਨ ਦੇ ਵਿੱਚ ਗੁੱਸਾ ਖਾ ਕੇ ਤੇ ਗੁੱਸੇ ਦੇ ਨਾਲ ਆ ਕੇ ਨਾ ਸਾਧ ਸੰਗਤ ਜੀ ਬਾਹੋਂ ਪਕੜ ਉਠਾ ਲਿਆ, ਬਾਂਹ ਫੜ ਕੇ ਧਰੂ ਭਗਤ ਜੀ ਹੋਰਾਂ ਦੀ, ਤੇ ਸਾਧ ਸੰਗਤ ਜੀ ਉਹ ਪਿਓ ਦੀ ਪੁੱਛੜੋਂ ਉਹਨੂੰ ਬਾਹਰ ਕੱਢ ਲਿਆ, ਬਾਂਹ ਫੜ ਕੇ ਨਾ ਸਾਧ ਸੰਗਤ ਉਠਾ ਦਿੱਤਾ। ਤੇ ਜਦੋਂ ਬਾਂਹ ਫੜ ਕੇ ਉਠਾਇਆ ਤੇ ਨਾਲ ਹੀ ਆਖਿਆ ਵੀ ਜੇ ਇਸ ਗੋਦੀ 'ਚ ਬਹਿਣਾ ਸੀ ਨਾ ਤੇ ਮੇਰੀ ਕੁੱਖ ਤੋਂ ਜਨਮ ਲੈਂਦੋ, ਜੇ ਤੂੰ ਮੇਰੇ ਉਦਰ ਤੋਂ ਪੈਦਾ ਹੁੰਦਾ ਤੇ ਫਿਰ ਤੈਨੂੰ ਹੱਕ ਸੀ ਇਸ ਪਿਓ ਦੀ ਗੋਦੀ 'ਚ ਬਹਿਣ ਦਾ। ਤਾਂ ਸਾਧ ਸੰਗਤ ਜੀ ਜਦੋਂ ਬਾਂਹ ਫੜ ਕੇ ਉਠਾਇਆ ਨਾ ਭਗਤ ਜੀ ਹੋਰਾਂ ਨੂੰ, ਤੇ ਨਾਲ ਘੂਰਿਆ ਵੀ, ਝਿੜਕਿਆ, ਝੰਬਿਆ ਵੀ, ਤੇ ਭਾਈ ਸਾਹਿਬ ਜੀ ਆਖਦੇ ਨੇ ਡੱਡੋ ਲਿਹਕਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਿ ਸਰਿਤਾ। ਜਦੋਂ ਬਾਂਹ ਫੜ ਕੇ ਉਠਾਇਆ ਨਾ ਧਰੂ ਭਗਤ ਜੀ ਹੋਰਾਂ ਨੂੰ ਉਹਨਾਂ ਦੀ ਮਤਰੇਈ ਮਾਂ ਨੇ, ਤੇ ਭਗਤ ਧਰੂ ਜੀ 5 ਸਾਲ ਦੀ ਉਮਰ ਸੀ ਉਹਨਾਂ ਦੀ, ਤੇ ਸਾਧ ਸੰਗਤ ਜੀ ਡੁਸਕੇ ਲੈ ਕੇ ਨਾ ਭਗਤ ਜੀ ਰੋਂਦਿਆਂ ਰੋਂਦਿਆਂ, ਹੋ ਸਕਦਾ ਵੀ 2-4 ਥੱਪੜ ਵੀ ਮਾਰੇ ਹੋਣ। ਮਤਰੇਈਆਂ ਥੋੜ੍ਹਾ ਸਾਧ ਸੰਗਤ ਜੀ ਦੂਜਿਆਂ ਦੇ ਬੱਚਿਆਂ ਨੂੰ ਆਪਦਾ ਸਮਝਦੀਆਂ ਨੇ। ਤੇ ਭਗਤ ਧਰੂ ਜੀ ਰੋਂਦਿਆਂ ਰੋਂਦਿਆਂ ਡੁਸਕੇ ਰਹਿੰਦਿਆਂ ਹੋਇਆਂ ਆਪਣੀ ਮਾਂ ਦੇ ਕੋਲ ਗਏ, ਸਕੀ ਮਾਂ ਦੇ ਕੋਲ।
ਤੇ ਰੋਂਦਿਆਂ ਰੋਂਦਿਆਂ ਭਗਤ ਜੀ ਹੋਰਾਂ ਨੇ ਆਪਦੀ ਮਾਂ ਨੂੰ ਪੁੱਛਿਆ ਵੀ ਤੂੰ ਇਸ ਘਰ ਦੀ ਸਵਾਣੀ ਏ ਕਿ ਸੁਰੀਤਾ? ਸਾਧ ਸੰਗਤ ਜੀ, ਸਵਾਣੀ ਕਹਿੰਦੇ ਨੇ ਘਰ ਦੀ ਇੱਜ਼ਤਦਾਰ ਔਰਤ ਨੂੰ ਜਿਹਦੇ ਹੱਥ ਘਰ ਦਾ ਸਾਰਾ ਕਾਰੋਬਾਰ ਹੋਵੇ, ਉਹਨੂੰ ਸਵਾਣੀ ਆਖਦੇ ਨੇ। ਜਿਸ ਔਰਤ ਦੀ ਘਰ ਦੇ ਵਿੱਚ ਮੰਨੀ ਜਾਂਦੀ ਹੋਵੇ, ਉਹਦਾ ਮਾਣ ਸਤਿਕਾਰ ਹੋਵੇ, ਉਹਦੀ ਇੱਜ਼ਤ ਹੋਵੇ, ਉਹਨੂੰ ਸਵਾਣੀ ਆਖਦੇ ਨੇ। ਤੇ ਸੁਰੀਤਾ ਆਖਦੇ ਨੇ ਸਾਧ ਸੰਗਤ ਜੀ ਨੌਕਰਾਣੀ ਨੂੰ, ਗੋਲੀ ਨੂੰ। ਤੇ ਰੋਂਦਿਆਂ ਰੋਂਦਿਆਂ ਨਾ ਸਾਧ ਸੰਗਤ ਜੀ ਭਗਤ ਜੀ ਹੋਰਾਂ ਨੇ ਆਪਣੀ ਮਾਂ ਨੂੰ ਪੁੱਛਿਆ, ਮਾਤਾ ਵੀ ਮੈਂ ਤੇਰੀ ਗੋਦ ਤੋਂ ਪੈਦਾ ਹੋਇਆ ਤੇ ਤੂੰ ਰਾਜੇ ਦੇ ਨਾਲ ਵਿਆਹੀ ਹੋਈ ਏ, ਤੇ ਉਸੇ ਰਾਜੇ ਦੀ ਗੋਦੀ 'ਚ ਜਾ ਕੇ ਮੈਂ ਬੈਠਾ ਤੇ ਮੈਨੂੰ ਗੋਦੀ ਦੇ ਵਿੱਚੋਂ ਮਾਂ ਨੇ ਕੱਢ ਕੇ ਤੇ ਘੂਰਿਆ ਵੀ ਏ, ਝਿੜਕਿਆ ਵੀ ਏ, ਤੇ ਤੂੰ ਮੈਨੂੰ ਇੰਝ ਦੱਸ ਵੀ ਤੂੰ ਇਸ ਘਰ ਦੀ ਸਵਾਣੀ ਏ ਕਿ ਗੋਲੀ ਏ? ਤੇਰਾ ਕੋਈ ਹੱਕ ਨਹੀਂ। ਤੇਰੀ ਕੁੱਖ 'ਚੋਂ ਪੈਦਾ ਹੋਇਆ ਬੱਚਾ ਆਪਣੇ ਪਿਓ ਦੀ ਗੋਦੀ 'ਚ ਨਹੀਂ ਬਹਿ ਸਕਦਾ। ਤੂੰ ਮੈਨੂੰ ਦੱਸ ਵੀ ਤੂੰ ਸਵਾਣੀ ਏ ਕਿ ਸਰੀਤਾ ਹੈ? ਤੂੰ ਇਸ ਘਰ ਦੀ ਰਾਣੀ ਏ ਜਾਂ ਇਸ ਘਰ ਦੀ ਗੋਲੀ ਏ? ਦੱਸ ਹੀ ਏ, ਮੈਨੂੰ ਇਹ ਦੱਸ। ਤਾਂ ਸਾਧ ਸੰਗਤ ਜੀ ਭਾਈ ਸਾਹਿਬ ਜੀ ਆਖਦੇ ਨੇ, ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਤੇ ਫਿਰ ਜਦੋਂ ਪੁੱਛਿਆ ਨਾ ਧਰੂ ਭਗਤ ਜੀ ਹੋਰਾਂ ਨੇ ਆਪਣੀ ਮਾਂ ਨੂੰ, ਤੇ ਫਿਰ ਧਰੂ ਭਗਤ ਜੀ ਹੋਰਾਂ ਦੀ ਮਾਂ ਨੇ ਆਖਿਆ, ਬੇਟਾ ਸਵਾਣੀ ਹਾਂ ਜਨਮ ਦੀ, ਭਾਵ ਮੇਰਾ ਜਨਮ ਰਾਜਿਆਂ ਦੇ ਘਰ ਹੋਇਆ, ਮੈਂ ਰਾਜੇ ਦੀ ਧੀ ਹਾਂ, ਇਸ ਕਰਕੇ ਜਨਮ ਕਰਕੇ ਮੈਂ ਸਵਾਣੀ ਹਾਂ, ਇੱਜ਼ਤਦਾਰ ਹਾਂ, ਮਾਣ ਸਨਮਾਨ ਹੈ ਮੇਰਾ, ਪਰ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਵੀ ਮੈਂ ਗੋਲੀ ਨਹੀਂ, ਮੈਂ ਤੇ ਰਾਣੀ ਹਾਂ, ਪਰ ਕਰਾਂ ਕੀ? ਮੈਂ ਉਸ ਪ੍ਰਭੂ ਦੀ ਭਗਤੀ ਨਹੀਂ ਕੀਤੀ, ਉਸ ਪ੍ਰਭੂ ਦਾ ਨਾਮ ਨਹੀਂ ਜਪਿਆ, ਤੇ ਭਗਤੀ ਵਾਲਾ ਕੋਈ ਕਰਮ ਨਹੀਂ ਕੀਤਾ। ਜੇ ਕੀਤਾ ਹੁੰਦਾ ਤੇ ਅੱਜ ਕਿਉਂ ਤੈਨੂੰ ਆਪਦੇ ਪਿਓ ਦੀ ਗੋਦੀ ਦੇ ਵਿੱਚੋਂ ਫੜ ਕੇ ਉਠਾਇਆ ਜਾਂਦਾ? ਹੈ ਤਾਂ ਮੈਂ ਸਵਾਣੀ ਆ, ਰਾਜੇ ਦੇ ਘਰ ਪੈਦਾ ਹੋਈ ਆ, ਪਰ ਮੇਰਾ ਕਰਮ ਅੱਛਾ ਨਹੀਂ, ਮੈਂ ਭਗਤੀ ਨਹੀਂ ਕੀਤੀ। ਕਰਮ ਨਾ ਭਗਤੀ ਨਾਮ ਦ੍ਰਿੜੀਤਾ, ਨਾ ਹੀ ਨਾਮ ਜਪਿਆ। ਤੇ ਜੇ ਜਪਿਆ ਹੁੰਦਾ ਨਾਮ ਤੇ ਕਿਉਂ ਤੈਨੂੰ ਤੇਰੇ ਪਿਓ ਦੀ ਗੋਦੀ ਚੋਂ ਫੜ ਕੇ ਉਠਾਇਆ ਜਾਂਦਾ? ਤਾਂ ਸਾਧ ਸੰਗਤ ਜੀ ਉਹ ਫਿਰ ਧਰੂ ਭਗਤ ਜੀ ਪੁੱਛਦੇ ਨੇ ਆਪਦੀ ਮਾਂ ਨੂੰ, ਉਹ ਆਖਦੇ ਨੇ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਸਾਧ ਸੰਗਤ ਜੀ ਮਾਂ ਨੂੰ ਪੁੱਛ ਰਹੇ ਨੇ ਭਗਤ ਧਰੂ ਜੀ, ਉਹ ਆਖ ਰਹੇ ਨੇ, ਮੈਨੂੰ ਦੱਸ ਵੀ ਕਿਹੜਾ ਉਦਮ ਕਰਨ ਦੇ ਨਾਲ ਰਾਜ ਦੀ ਪ੍ਰਾਪਤੀ ਹੁੰਦੀ ਏ, ਤੇ ਕਿਹੜਾ ਉਦਮ ਕਰਨ ਦੇ ਨਾਲ ਜਿਹੜੇ ਸ਼ਤਰੂ ਨੇ ਉਹ ਵੀ ਮਿੱਤਰ ਬਣ ਜਾਂਦੇ ਨੇ। ਤਾਂ ਸਾਧ ਸੰਗਤ ਜੀ ਮਾਂ ਨੇ ਫਿਰ ਪਤਾ ਕੀ ਦੱਸਿਆ? ਧਰੂ ਭਗਤ ਜੀ ਹੋਰਾਂ ਦੀ ਮਾਂ ਨੇ ਆਖਿਆ, ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਿਤ ਪੁਨੀਤਾ। ਆਖਿਆ, ਬੇਟਾ ਉਸ ਈਸ਼ਵਰ ਦੀ ਭਗਤੀ ਕਰਿਆ, ਉਸ ਪ੍ਰਭੂ ਦੀ ਭਗਤੀ ਕਰਿਆ, ਉਸ ਨਿਰੰਕਾਰ ਦਾ ਆਪਣੇ ਮਨ ਦੇ ਵਿੱਚ ਧਿਆਨ ਧਰਨ ਕਰਕੇ
ਮਨੁੱਖ ਨੀਚ ਤੋਂ ਊਚ ਹੋ ਜਾਂਦਾ ਹੈ, ਮਨੁੱਖ ਸੁੱਚਾ ਹੋ ਜਾਂਦਾ ਹੈ, ਮਨੁੱਖ ਉੱਚਾ ਹੋ ਜਾਂਦਾ ਹੈ। ਪਰਮੇਸ਼ਰ ਆਰਾਧੀ ਹੈ, ਜਿੱਦੋਂ ਹੋਈਐ ਪਤਿਤ ਪੁਨੀਤਾ। ਮਾਂ ਆਖਣ ਲੱਗੀ, ਪੁੱਤਰ ਉਸ ਪ੍ਰਭੂ ਦਾ ਸਿਮਰਨ ਕਰਿਆ, ਉਸ ਵਾਹਿਗੁਰੂ ਦੀ ਭਗਤੀ ਕੀਤਿਆਂ, ਬੰਦਗੀ ਕੀਤਿਆਂ ਮਨੁੱਖ ਸ੍ਰੇਸ਼ਟ ਕਰਮਾਂ ਵਾਲਾ ਹੋ ਜਾਂਦਾ ਹੈ, ਚੰਗੇ ਕਰਮਾਂ ਵਾਲਾ ਹੋ ਜਾਂਦਾ ਹੈ। ਤੇ ਸੰਸਾਰ ਫਿਰ ਉਸ ਮਨੁੱਖ ਦਾ ਸੱਜਣ ਬਣ ਜਾਂਦਾ ਹੈ, ਜਿਹੜਾ ਪ੍ਰਭੂ ਦੀ ਆਰਾਧਨਾ ਕਰਦਾ ਹੈ। ਪਰਮੇਸ਼ਰ ਆਰਾਧੀ ਹੈ, ਜਦੋਂ ਹੋਈਐ ਪਤਿਤ ਪੁਨੀਤਾ। ਪਰਮੇਸ਼ਰ ਦੀ ਆਰਾਧਨਾ ਕਰੋ, ਵਾਹਿਗੁਰੂ ਦਾ ਸਿਮਰਨ ਕਰੋ, ਸੱਚ ਦੇ ਮਾਰਗ ਤੇ ਚੱਲੋ, ਜੀਵਨ ਦੇ ਵਿੱਚ ਇਮਾਨਦਾਰੀ ਧਾਰਨ ਕਰੋ, ਜੀਵਨ ਦੇ ਵਿੱਚ ਉੱਚਾ ਇਖਲਾਕ ਧਾਰਨ ਕਰੋ, ਜੀਵਨ ਦੇ ਵਿੱਚ ਸੁੱਚਾ ਇਖਲਾਕ ਧਾਰਨ ਕਰੋ। ਤੇ ਫਿਰ ਜ਼ਮਾਨਾ ਮਾਣ ਦਿੰਦਾ ਹੈ, ਫਿਰ ਸਮਾਜ ਸਤਿਕਾਰ ਦਿੰਦਾ ਹੈ, ਫਿਰ ਜਿਹੜੇ ਸ਼ਤਰੂ ਨੇ ਉਹ ਵੀ ਮਿੱਤਰ ਹੋ ਜਾਂਦੇ ਨੇ। ਸਾਧ ਸੰਗਤ ਜੀ ਧਿਆਨ ਰੱਖੀਏ, ਜਿਹੜਾ ਬੱਚੇ ਦੇ ਜੀਵਨ 'ਚ ਮਾਂ ਦਾ ਯੋਗਦਾਨ ਹੈ ਨਾ, ਸਾਧ ਸੰਗਤ, ਮਾਂ ਸਭ ਤੋਂ ਪਹਿਲਾਂ ਗੁਰੂ ਹੈ ਬੱਚੇ ਦੀ। ਸਭ ਤੋਂ ਪਹਿਲਾ ਗੁਰੂ ਉਹ ਮਾਂ ਹੈ ਸਾਧ ਸੰਗਤ ਬੱਚੇ ਦੀ। ਉਹ ਕਿਵੇਂ? ਸਾਧ ਸੰਗਤ ਜੀ 9 ਮਹੀਨੇ ਬੱਚਾ ਮਾਂ ਦੇ ਗਰਭ 'ਚ ਰਹਿੰਦਾ ਹੈ, ਮਾਂ ਦੇ ਸਰੀਰ ਦੇ ਵਿੱਚ ਰਹਿੰਦਾ ਹੈ 9 ਮਹੀਨੇ ਬੱਚਾ। ਤੇ ਸਾਧ ਸੰਗਤ ਜੀ ਪੁਰਾਤਨ ਧਾਰਮਿਕ ਗ੍ਰੰਥ ਤੇ ਚਿਰਾਂ ਦੇ ਇਹ ਗੱਲ ਕਹਿ ਰਹੇ ਨੇ, ਤੇ ਸਾਇੰਸ ਨੇ ਹੁਣ ਇਹ ਗੱਲ ਸਿੱਧ ਕਰਤੀ ਹੈ ਵੀ ਜਦੋਂ ਬੱਚਾ ਮਾਂ ਦੇ ਉਦਰ 'ਚ ਹੁੰਦਾ ਹੈ ਨਾ, ਸਾਧ ਸੰਗਤ, ਮਾਂ ਦੇ ਗਰਭ 'ਚ ਹੁੰਦਾ ਹੈ ਬੱਚਾ, ਤੇ ਉਸ ਸਮੇਂ ਜਿਵੇਂ ਸਾਧ ਸੰਗਤ ਜੀ ਮਾਂ ਕੋਈ ਖੁਰਾਕ ਖਾਂਦੀ ਹੈ ਨਾ, ਬੱਚਾ ਮਾਂ ਦੇ ਗਰਭ 'ਚ ਹੈ ਤੇ ਮਾਂ ਨੇ ਜੋ ਕੁਝ ਵੀ ਖਾਣਾ ਹੈ, ਸਾਧ ਸੰਗਤ, ਉਹਦਾ ਸਿੱਧਾ ਸਿੱਧਾ ਅਸਰ ਜਾ ਕੇ ਬੱਚੇ 'ਤੇ ਹੋਣਾ ਹੈ। ਜੇ ਮਾਂ ਚੰਗੀਆਂ ਤਾਕਤਵਰ ਚੀਜ਼ਾਂ ਖਾਂਦੀ ਏ, ਚੰਗਾ ਭੋਜਨ ਛਕਦੀ ਏ, ਤੇ ਸਾਧ ਸੰਗਤ ਜੀ ਉਹ ਬੱਚਾ ਉਸ ਭੋਜਨ ਦਾ ਹਿੱਸਾ ਹੀ ਬੱਚੇ ਨੂੰ ਖੂਨ ਦੇ ਰੂਪ ਵਿੱਚ ਪ੍ਰਾਪਤ ਹੋਣਾ ਹੈ, ਤੇ ਬੱਚਾ ਸਿਹਤਮੰਦ ਹੁੰਦਾ ਹੈ। ਤੇ ਸਾਧ ਸੰਗਤ ਜੇ ਮਾਂ ਦੀ ਖੁਰਾਕ ਠੀਕ ਨਹੀਂ, ਚੰਗੀ ਪੌਸ਼ਟਿਕ ਖੁਰਾਕ ਨਹੀਂ, ਤੇ ਗਰਭ ਦੇ ਵਿੱਚ ਪਲ ਰਿਹਾ ਬੱਚਾ ਵੀ ਸਾਧ ਸੰਗਤ ਜੀ ਕਮਜ਼ੋਰ ਹੋਵੇਗਾ। ਇਹ ਗੱਲ ਸਾਇੰਸ ਨੇ ਬਿਲਕੁਲ ਸਿੱਧ ਕਰਤੀ ਹੈ। ਤੇ ਸਾਧ ਸੰਗਤ ਜੀ ਜੇਕਰ ਮਾਂ ਦੇ ਉਦਰ ਦੇ ਵਿੱਚ ਬੱਚਾ ਹੈਗਾ ਤੇ ਮਾਂ ਵਿਚਾਰ ਨਹੀਂ ਨਾ ਸਹੀ ਲੈ ਰਹੀ, ਸਾਧ ਸੰਗਤ ਵਿਚਾਰ ਨਹੀਂ ਮਾਂ ਨੂੰ ਸਹੀ ਪ੍ਰਾਪਤ ਹੋ ਰਹੇ, ਤੇ ਬੱਚੇ ਦੇ ਵਿਚਾਰ ਵੀ ਗਰਭ ਦੇ ਵਿੱਚ ਸਹੀ ਨਹੀਂ ਹੋਣਗੇ। ਜੇਕਰ ਮਾਂ ਨੇ ਪੜ੍ਹੀ ਹੈ ਗੁਰੂ ਕੀ ਬਾਣੀ, ਬੱਚੇ ਦੇ ਗਰਭ 'ਚ ਹੁੰਦਿਆਂ ਮਾਂ ਨੇ ਪਰਮਾਤਮਾ ਦੀ ਆਰਾਧਨਾ ਕੀਤੀ ਹੈ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਪਿਆ, ਤੇ ਸਾਧ ਸੰਗਤ ਜੀ ਇਹ ਵੀ ਇੱਕ ਭੋਜਨ ਨੇ, ਇਹ ਆਤਮਾ ਦਾ ਭੋਜਨ ਨੇ। ਪਰਮਾਤਮਾ ਦਾ ਸਿਮਰਨ ਇਹ ਆਤਮਾ ਦਾ ਭੋਜਨ ਨੇ। ਤੇ ਜਦੋਂ ਬੱਚਾ ਗਰਭ ਦੇ ਵਿੱਚ ਹੋਵੇ ਤੇ ਮਾਂ ਨੇ ਕੀਤਾ ਹੋਵੇ ਸਿਮਰਨ, ਸਾਧ ਸੰਗਤ ਜੀ ਉਸ ਸਿਮਰਨ ਦਾ ਸਿੱਧਾ ਸਿੱਧਾ ਅਸਰ ਗਰਭ ਦੇ ਵਿੱਚ ਬੱਚੇ ਨੂੰ ਪ੍ਰਾਪਤ ਹੁੰਦਾ ਹੈ। ਬੱਚਾ ਵੀ ਉੱਚ ਗੁਣਾਂ ਵਾਲਾ ਹੁੰਦਾ ਹੈ।
ਬੱਚਾ ਵੀ ਸ੍ਰੇਸ਼ਟ ਗੁਣਾਂ ਵਾਲਾ ਹੁੰਦਾ ਹੈ। ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਬੱਚਾ ਹੋਇਆ ਪੈਦਾ, ਤੇ ਮਾਂ ਨੇ ਜੰਮਦਿਆਂ ਹੀ ਉਸ ਬੱਚੇ ਦੀ ਪਾਲਣਾ ਕੁਝ ਇਸ ਢੰਗ ਨਾਲ ਕੀਤੀ ਵੀ ਉਹ ਬੱਚਾ ਰੱਬ ਦੇ ਨਾਲ ਜੁੜ ਜਾਏ, ਸੱਚ ਦੇ ਨਾਲ ਜੁੜ ਜਾਏ, ਇਮਾਨਦਾਰੀ ਦੇ ਨਾਲ ਜੁੜ ਜਾਏ। ਸਾਧ ਸੰਗਤ ਜੀ, ਪਿਓ ਤੋਂ ਜ਼ਿਆਦਾ ਪਿਓ ਤੇ ਕੰਮਾਂ ਕਾਰਾਂ ਦੇ ਸਿਲਸਿਲੇ ਦੇ ਵਿੱਚ ਅਕਸਰ ਬਾਹਰ ਰਹਿੰਦੇ ਨੇ, ਪਰ ਮਾਂ ਤੇ ਸਾਧ ਸੰਗਤ ਜੀ 24 ਘੰਟੇ ਬੱਚੇ ਦੇ ਕੋਲ ਹੈ। ਪਹਿਲਾਂ 9 ਮਹੀਨੇ ਗਰਭ ਦੇ ਵਿੱਚ ਰੱਖਿਆ ਬੱਚਾ, ਫਿਰ ਜੰਮਦਿਆਂ ਹੀ ਆਪਣੀਆਂ ਛਾਤੀਆਂ 'ਚੋਂ ਅੰਮ੍ਰਿਤ ਪਿਆਇਆ ਬੱਚੇ ਨੂੰ, ਤੇ ਫਿਰ ਸਾਧ ਸੰਗਤ ਜੀ ਕੋਲ ਬਹਾ ਕੇ ਜਦੋਂ ਬੱਚਾ ਭੋਜਨ ਛਕਣ ਦੇ ਯੋਗ ਹੋ ਗਿਆ, ਤੇ ਫਿਰ ਕੋਲ ਬਹਾ ਕੇ ਛੋਟੀਆਂ ਛੋਟੀਆਂ ਬੁਰਕੀਆਂ ਆਪ ਮਾਂ ਨੇ ਬੱਚੇ ਦੇ ਮੁੱਖ 'ਚ ਪਾਈਆਂ। ਸਾਧ ਸੰਗਤ ਜੀ, ਇੰਨਾ ਮਾਂ ਔਰ ਬੱਚੇ ਦਾ ਸਾਥ ਹੁੰਦਾ ਹੈ, ਤੇ ਮਾਂ ਜੋ ਕੁਝ ਚਾਹੇ ਜਿਵੇਂ ਚਾਹੇ ਆਪਣੇ ਬੱਚੇ ਨੂੰ ਸੰਸਕਾਰ ਦੇ ਸਕਦੀ ਹੈ। ਇਹ ਮਾਂ ਦਾ ਫਰਜ਼ ਹੈ ਸਾਧ ਸੰਗਤ, ਬੱਚੇ ਨੂੰ ਕਿਸ ਪਾਸੇ ਤੋਰਨਾ ਹੈ, ਬੱਚੇ ਨੂੰ ਇਮਾਨਦਾਰ ਬਣਾਉਣਾ ਹੈ ਜਾਂ ਬੇਈਮਾਨ ਬਣਾਉਣਾ ਹੈ। ਸਾਧ ਸੰਗਤ, ਤੇ ਮਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਤੇ ਸਾਧ ਸੰਗਤ ਜੀ, ਭਗਤ ਧਰੂ ਜੀ ਹੋਰਾਂ ਦੀ ਮਾਂ ਆਖਣ ਲੱਗੀ, ਪੁੱਤਰ ਪਰਮੇਸ਼ਰ ਅਰਾਧੀ ਹੈ, ਜਿੱਦੋਂ ਹੋਈ ਹੈ ਪਤਿਤ ਪੁਨੀਤਾ, ਉਸ ਪਰਮਾਤਮਾ ਦੀ ਅਰਾਧਨਾ ਕਰਨੀ ਚਾਹੀਦੀ ਹੈ ਜਿਹਦੇ ਨਾਲ ਮਨੁੱਖ ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਜਿਹਦੇ ਨਾਲ ਮਨੁੱਖ ਨੀਵਿਆਂ ਤੋਂ ਉੱਚਾ ਹੋ ਜਾਂਦਾ ਹੈ। ਤੇ ਸਾਧ ਸੰਗਤ ਜੀ, 5 ਸਾਲ ਦਾ ਬੱਚਾ ਭਗਤ ਧਰੂ ਸੁਣਿਆ ਨਾ ਜਦੋਂ ਮਾਂ ਤੋਂ ਇਹ ਉਪਦੇਸ਼ ਵੀ ਪਰਮੇਸ਼ਰ ਦੀ ਅਰਾਧਨਾ ਕਰਨ ਦੇ ਨਾਲ ਰਾਜ ਵੀ ਮਿਲਦਾ ਹੈ, ਮਾਣ ਸਨਮਾਨ ਵੀ ਮਿਲਦਾ ਹੈ, ਤੇ ਮਨੁੱਖ ਨੀਚੋਂ ਊਚ ਵੀ ਹੋ ਜਾਂਦਾ, ਜਦੋਂ ਸੁਣਿਆ ਤੇ ਫਿਰ ਭਾਈ ਸਾਹਿਬ ਜੀ ਆਖਦੇ ਨੇ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਸਾਧ ਸੰਗਤ ਜੀ, ਮਾਂ ਦੀ ਗੱਲ ਸੁਣ ਕੇ ਨਾ ਤੇ ਧਰੂ ਭਗਤ ਜੀ ਹੋਰਾਂ ਦਾ ਮਨ ਵੈਰਾਗੀ ਹੋ ਗਿਆ। ਮਨ ਸੰਸਾਰ ਵਾਲੇ ਪਾਸਿਓਂ ਟੁੱਟ ਗਿਆ ਤੇ ਜੁੜ ਗਿਆ ਰੱਬ ਦੇ ਨਾਲ। ਜਦੋਂ ਮਨ ਵੈਰਾਗੀ ਹੋਇਆ ਤੇ ਭਾਈ ਸਾਹਿਬ ਜੀ ਆਖਦੇ ਨੇ, ਬਾਹਰ ਚੱਲਿਆ ਕਰਨ ਤਪ। ਫਿਰ ਭਗਤ ਧਰੂ ਜੀ ਰਾਜ ਭਾਗ ਨੂੰ ਛੱਡ ਕੇ, ਹੈ ਤੇ ਰਾਜੇ ਦੇ ਪੁੱਤਰ ਹੀ ਸਨ, ਪਰ ਮਤਰੇਈ ਮਾਂ ਨੇ ਪਿਓ ਦੀ ਗੋਦੀਓਂ ਫੜ ਕੇ ਉਠਾਇਆ ਤੇ ਮਨ ਦੇ ਵਿੱਚ ਵੈਰਾਗ ਆ ਗਿਆ ਵੀ ਮੈਂ ਆਪਣੇ ਪਿਓ ਦੀ ਗੋਦੀ 'ਚ ਬੈਠਾ ਤੇ ਮੈਨੂੰ ਕਿਉਂ ਉਠਾਇਆ ਗਿਆ ਫੜ ਕੇ। ਤੇ ਸਾਧ ਸੰਗਤ ਜੀ, ਮਨ ਵੈਰਾਗਵਾਨ ਹੋ ਗਿਆ ਤੇ ਦੁਨਿਆਵੀ ਪਦਾਰਥਾਂ ਤੋਂ ਮੋਹ ਟੁੱਟ ਗਿਆ। ਤਾਂ ਸਾਧ ਸੰਗਤ ਜੀ ਆਖਣ ਲੱਗਾ ਵੀ ਮੈਂ ਤੇ ਹੁਣ ਤਪ ਕਰਾਂਗਾ, ਭਗਤੀ ਕਰਾਂਗਾ, ਉਸ ਪਰਮਾਤਮਾ ਦੀ ਅਰਾਧਨਾ ਕਰਾਂਗਾ। ਤਾਂ ਸਾਧ ਸੰਗਤ ਜੀ ਜਦੋਂ ਤੁਰੇ ਨਾ ਭਗਤ ਧਰੂ ਜੀ ਆਪਣੇ ਘਰੋਂ, ਤੇ ਜਦੋਂ ਘਰੋਂ ਨਿਕਲ ਕੇ ਬਾਹਰ ਜੰਗਲ ਵੱਲ ਗਏ ਤੇ ਭਾਈ ਸਾਹਿਬ ਜੀ ਆਖਦੇ ਨੇ, ਫਿਰ ਅੱਗੋਂ ਭਗਤ ਧਰੂ ਜੀ ਹੋਰਾਂ ਨੂੰ ਅੱਗੋਂ ਨਾ ਨਾਰਦ ਮੁਨ ਉਹ ਮਿਲੇ। ਨਾਰਦ ਮੁਨ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਸਾਧ ਸੰਗਤ ਜੀ, ਨਾਰਦ ਮੁਨੀ ਜੀ ਹੋਰਾਂ ਨੇ ਧਰੂ ਭਗਤ ਜੀ ਹੋਰਾਂ ਨੂੰ ਉਪਦੇਸ਼ ਦਿੱਤਾ ਤੇ ਧਰੂ ਭਗਤ ਜੀ ਹੋਰਾਂ ਨੇ ਉਸ ਨਾਮ ਨਿਧਾਨ ਦਾ ਅੰਮ੍ਰਿਤ ਰਸ ਪੀਤਾ। ਤਾਂ ਸਾਧ ਸੰਗਤ ਜੀ, ਜਦੋਂ ਰਾਜੇ ਉਤਾਨਪਾਦ ਨੂੰ ਪਤਾ ਲੱਗਾ ਨਾ, ਧਰੂ ਭਗਤ ਦੇ ਪਿਓ ਨੂੰ ਪਤਾ ਲੱਗਾ ਵੀ ਮੇਰਾ ਪੁੱਤਰ ਤੇ ਜੰਗਲਾਂ ਦੇ ਵਿੱਚ ਚਲਾ ਗਿਆ, ਸਿਮਰਨ ਕਰਨ ਚਲਾ ਗਿਆ, ਤਪ ਕਰਨ ਦੇ ਵਾਸਤੇ ਘਰ ਛੱਡ ਕੇ ਚਲਾ ਗਿਆ, ਜਦੋਂ ਪਤਾ ਲੱਗਾ ਪਿਓ ਨੂੰ, ਤੇ ਸਾਧ ਸੰਗਤ ਜੀ ਫਿਰ ਪਿੱਛੋਂ ਰਾਜੇ ਸੱਦਿਆ, ਅਬਚਲ ਰਾਜ ਕਰੋ ਨਿਤ ਨੀਤਾ। ਜਦੋਂ ਪਿਓ ਨੂੰ ਪਤਾ ਲੱਗਾ ਨਾ ਸਾਧ ਸੰਗਤ ਜੀ
ਵੀ ਮੇਰਾ ਪੁੱਤਰ ਤੇ ਘਰ ਛੱਡ ਕੇ ਤੇ ਸਿਮਰਨ ਕਰਨ ਚਲਾ ਗਿਆ, ਭਗਤੀ ਕਰਨ ਚਲਾ ਗਿਆ, ਤਪ ਕਰਨ ਚਲਾ ਗਿਆ। ਤੇ ਸਾਧ ਸੰਗਤ ਜੀ ਫਿਰ ਰਾਜੇ ਨੇ, ਪਿਓ ਨੇ ਸੱਦਾ ਭੇਜਿਆ, ਆਖਿਆ ਵਾਪਸ ਮੁੜ ਆਓ ਤੇ ਆ ਕੇ ਅੱਧਾ ਰਾਜ ਭਾਗ ਲੈ ਲਓ ਤੇ ਤੁਸੀਂ ਆਪਣੇ ਰਾਜ ਭਾਗ ਨੂੰ ਚਲਾਓ, ਪਰ ਵਾਸਤਾ ਦੇ ਰੱਬ ਦਾ ਵੀ ਵਾਪਸ ਆ ਜਾਓ। ਤਾਂ ਸਾਧ ਸੰਗਤ ਜੀ ਜਦੋਂ ਗਿਆ ਨਾ ਸੱਦਾ ਪਿੱਛੋਂ, ਤੇ ਧਰੂਵ ਭਗਤ ਜੀ ਆਖਣ ਲੱਗੇ ਵੀ ਹਾਲੀ ਤੇ ਤੁਰੇ ਹੀ ਆ, ਹਾਲੀ ਤਾਂ ਸਿਮਰਨ ਕੀਤਾ ਵੀ ਨਹੀਂ, ਭਗਤੀ ਕੀਤੀ ਵੀ ਨਹੀਂ, ਬੰਦਗੀ ਕੀਤੀ ਵੀ ਨਹੀਂ, ਹਾਲੀ ਤਾਂ ਕੇਵਲ ਮਨ ਦੇ ਵਿੱਚ ਵਿਚਾਰ ਧਾਰਨ ਕਰਕੇ ਤੁਰੇ ਹੀ ਆ, ਤੇ ਅੱਧਾ ਰਾਜ ਪ੍ਰਾਪਤ ਹੋ ਰਿਹਾ ਹੈ, ਤੇ ਮੈਂ ਤੇ ਅੱਧਾ ਰਾਜ ਨਹੀਂ ਲੈਣਾ, ਮੈਂ ਤੇ ਹੁਣ ਉਸ ਪਰਮਾਤਮਾ ਦਾ ਰਾਜ ਲੈਣਾ ਹੈ, ਉਸ ਪਰਮਾਤਮਾ ਦੀ ਖੁਸ਼ੀ ਲੈਣੀ ਹੈ, ਮੈਨੂੰ ਦੁਨੀਆ ਦਾ ਅੱਧਾ ਰਾਜ ਨਹੀਂ ਚਾਹੀਦਾ। ਤਾਂ ਸਾਧ ਸੰਗਤ ਜੀ ਨਹੀਂ ਮੁੜੇ ਪਿੱਛੇ। ਪਿਓ ਨੇ ਸੱਦਿਆ, ਆਖਿਆ ਅੱਧਾ ਰਾਜ ਲੈ ਲਓ, ਜੰਗਲ 'ਚ ਨਾ ਜਾਓ। ਤੇ ਸਾਧ ਸੰਗਤ ਜੀ ਭਗਤ ਧਰੂਵ ਜੀ ਮੁੜੇ ਨਹੀਂ ਪਿੱਛੇ। ਉਹਨਾਂ ਨੇ ਸਾਧ ਸੰਗਤ ਜੀ ਨਿਰੰਕਾਰ ਦੀ ਆਰਾਧਨਾ ਕੀਤੀ, ਨਿਰੰਕਾਰ ਦੀ ਬੰਦਗੀ ਕੀਤੀ। ਤਾਂ ਸਾਧ ਸੰਗਤ ਜੀ ਬੰਦਗੀ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆ ਗਿਆ ਜਿੱਦਣ ਸਾਧ ਸੰਗਤ ਜੀ ਭਗਤ ਧਰੂਵ ਉਸ ਨਿਰੰਕਾਰ ਦਾ ਰੂਪ ਹੋ ਗਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਗਤੀ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਧਰੂਵ ਅਟਲ ਅਜਹੂ ਨਾ ਟਲਿਆਓ। ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਕਹਿਣਾ ਪਿਆ, ਗੁਰਬਾਣੀ ਦੇ ਵਿੱਚ ਮਿਸਾਲ ਦੇਣੀ ਪਈ ਭਗਤ ਧਰੂਵ ਜੀ ਹੋਰਾਂ ਦੀ, ਧਰੂਵ ਅਟਲ ਅਜਹੂ ਨਾ ਟਲਿਆਓ। ਧਰੂਵ ਭਗਤ ਸਾਧ ਸੰਗਤ ਅੱਜ ਵੀ ਅਸੀਂ ਬੜੇ ਅਦਬ ਦੇ ਨਾਲ, ਬੜੇ ਸਨਮਾਨ ਦੇ ਨਾਲ ਉਹਨਾਂ ਦਾ ਨਾਂ ਲੈਂਦੇ ਹਾਂ, ਉਹਨਾਂ ਨੂੰ ਯਾਦ ਕਰਨੇ ਆ, ਉਹਨਾਂ ਦੀ ਭਗਤੀ ਦੇ ਅੱਗੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ। ਤੇ ਭਾਈ ਸਾਹਿਬ ਜੀ ਆਖਦੇ ਨੇ, ਹਾਰ ਚੱਲੇ ਗੁਰਮੁਖ ਜਗ ਜੀਤਾ। ਭਗਤ ਧਰੂਵ ਜੀ ਆਰਾਧਨਾ ਕਰਕੇ, ਬੰਦਗੀ ਕਰਕੇ ਉਸ ਨਿਰੰਕਾਰ ਦੀ ਤੇ ਇਸ ਜਗ ਤੋਂ ਜਿੱਤ ਕੇ ਗਏ। ਗੁਰਮੁਖ ਜਗ ਜੀਤਾ, ਇਸ ਜਗ ਤੋਂ ਸਾਧ ਸੰਗਤ ਜਿੱਤ ਕੇ ਗਏ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਆਖਦੇ ਹਨ, ਮਨ ਜੀਤੈ ਜਗ ਜੀਤ। ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਨਾ ਸਾਧ ਸੰਗਤ, ਆਪਣੇ ਮਨ ਨੂੰ ਜਿੱਤ ਕੇ ਗੁਰੂ ਦੇ ਨਾਲ ਜੋੜਿਆ, ਹੈ ਬਹੁਤ ਔਖਾ। ਮਨ ਨੂੰ ਜਿੱਤ ਕੇ ਗੁਰੂ ਦੇ ਨਾਲ ਜੋੜਨਾ ਸਾਧ ਸੰਗਤ ਬੜਾ ਕਠਿਨ ਹੈ, ਬੜਾ ਔਖਾ ਹੈ। ਪਰ ਜਦੋਂ ਗੁਰੂ ਦੇ ਨਾਲ ਜੁੜ ਜਾਂਦਾ ਨਾ ਮਨ, ਤੇ ਫਿਰ ਸਾਧ ਸੰਗਤ ਇੰਝ ਸਮਝੋ ਵੀ ਜਿਵੇਂ ਕਿਸੇ ਛੋਟੇ ਜਿਹੇ ਦਰਿਆ ਦੇ ਨਾਲੋਂ ਨਾਤਾ ਟੁੱਟ ਕੇ ਤੇ ਸਮੁੰਦਰ ਦੇ ਨਾਲ ਨਾਤਾ ਜੁੜ ਜਾਂਦਾ ਨਾ, ਸਾਗਰ ਦੇ ਨਾਲ ਨਾਤਾ ਜੁੜ ਜਾਂਦਾ ਸਾਧ ਸੰਗਤ। ਜਿਵੇਂ ਕਿਸੇ ਛੋਟੇ ਜਿਹੇ ਛੱਪੜ ਦੇ ਨਾਲੋਂ ਨਿਕਲ ਕੇ, ਛੋਟੇ ਜਿਹੇ ਛੱਪੜ ਚੋਂ ਨਿਕਲ ਕੇ ਮਨੁੱਖ ਸਮੁੰਦਰ ਦੇ ਵਿੱਚ ਜਾ ਪੈਂਦਾ ਹੈ, ਤੇ ਸਮੁੰਦਰ ਦੀ ਤੇ ਵਿਸ਼ਾਲਤਾ ਦਾ ਅੰਤ ਹੀ ਕੋਈ ਨਹੀਂ ਸਾਧ ਸੰਗਤ। ਕਬੀਰ ਸਾਹਿਬ ਜੀ ਆਖਦੇ ਨੇ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਹੈ ਕੋਈ। ਕਬੀਰ ਸਾਹਿਬ ਜੀ ਆਖਦੇ ਨੇ, ਹੇ ਮੇਰੇ ਮਨ, ਤੂੰ ਛੋਟੇ ਛੋਟੇ ਛੱਪੜਾਂ ਨੂੰ ਨਾ ਲੱਭ, ਕਿਉਂਕਿ ਅਮੋਲਕ ਲਾਲ ਛੱਪੜਾਂ 'ਚ ਨਹੀਂ ਹੁੰਦੇ, ਅਮੋਲਕ ਲਾਲ ਹੁੰਦੇ ਨੇ ਸਾਧ ਸੰਗਤ ਸਾਗਰਾਂ ਦੇ ਵਿੱਚ।
ਅਮੋਲਕ ਲਾਲ ਹੁੰਦੇ ਨੇ ਸਮੁੰਦਰਾਂ ਦੇ ਵਿੱਚ, ਹੀਰੇ ਮੋਤੀ ਮਾਣਕ ਇਤਿਆਦਿਕ। ਇਹ ਸਾਧ ਸੰਗਤ ਛੱਪੜਾਂ 'ਚ ਨਹੀਂ ਹੁੰਦੇ, ਇਹ ਹੁੰਦੇ ਨੇ ਸਮੁੰਦਰਾਂ ਦੇ ਵਿੱਚ, ਸਾਗਰਾਂ ਦੇ ਵਿੱਚ। ਤੇ ਕਬੀਰ ਸਾਹਿਬ ਜੀ ਆਖਦੇ ਨੇ ਵੀ ਛੋਟੇ ਛੋਟੇ ਮੜੀਆਂ ਮਸਾਣੀਆਂ, ਛੋਟੀਆਂ ਛੋਟੀਆਂ ਛੱਪੜਾਂ ਨੂੰ ਪੂਜਣ ਦੀ ਬਜਾਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨੇ ਸਾਗਰ, ਇਹਨੇ ਸਮੁੰਦਰ, ਇਹਨਾਂ ਦੀ ਬਾਣੀ ਅਥਾਹ ਹੈ, ਅਗਾਧ ਬੋਧ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਰਚਨਾ, ਇਹਦੇ ਨਾਲ ਜੁੜੀਏ ਤੇ ਸਾਧ ਸੰਗਤ ਹੀਰੇ ਮੋਤੀ ਮਾਣਕ ਇਤਿਆਦਿਕ ਪ੍ਰਾਪਤ ਹੋਣੇ ਨੇ। ਤੇ ਫਿਰ ਹਾਰ ਚੱਲੇ ਗੁਰਮੁਖ ਜਗ ਜੀਤਾ। ਤੇ ਫਿਰ ਸਾਧ ਸੰਗਤ ਜੀਵਨ ਦੀ ਬਾਜ਼ੀ ਮਨੁੱਖ ਜਿੱਤ ਕੇ ਜਾਏਗਾ। ਆਪਣਾ ਇਖਲਾਕ, ਆਪਣਾ ਆਚਰਣ ਉੱਚਾ ਬਣਾ ਕੇ ਜਾਏਗਾ ਗੁਰੂ ਦੇ ਨਾਲ ਜੁੜ ਕੇ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਵਰਸਾਉਣ, ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਕੇ ਸਾਨੂੰ ਨਿਹਾਲ ਕਰਨ, ਨਿਵਾਜਣ। ਹੋਈਆਂ ਬੇਅੰਤ ਭੁੱਲਾਂ ਕੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।